Good morning dear students. In previous video we discussed about the microscopic form and Ohm's law and also discussed what is the effect of temperature on resistivity. In this video we will discuss what is the temperature coefficient of resistance and resistivity and also discuss about what is the factors which affect the resistivity in case of conductor, semiconductor and insulator. So first of all we will start from our definition. What is the coefficient of temperature coefficient of resistance? Temperature coefficient of resistance. ਸੋ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ ਕੀ ਹੁੰਦਾ ਵਾ। ਇਸ ਨੂੰ ਆਪਾਂ ਡਿਨੋਟ ਕਰਦੇ ਹਾਂ ਅਲਫਾ ਦੇ ਨਾਲ। ਇਹ ਸਿੰਬਲ ਆ ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ ਨੂੰ ਡਿਨੋਟ ਕਰਦੇ ਹਾਂ ਅਲਫਾ ਦੇ ਨਾਲ। ਇਹਦੀ ਡੈਫੀਨੇਸ਼ਨ ਦੇਖੋ ਕੀ ਹੁੰਦੀ ਆ। ਡੈਫੀਨੇਸ਼ਨ ਕੀ ਆ? ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ ਕੀ ਹੁੰਦਾ? ਚੇਂਜ ਇਨ ਰੈਜ਼ਿਸਟੈਂਸ ਪਰ ਯੂਨਿਟ ਚੇਂਜ ਇਨ ਟੈਂਪਰੇਚਰ ਪਰ ਯੂਨਿਟ ओरिजिनल ਰੈਜ਼ਿਸਟੈਂਸ। देखो मतलब की है चेंज इन रजिस्टेंस का मतलब की है कि पहला स्टार्टिंग ਦੇ ਵਿੱਚ ਕਿਸੇ ਵੀ ਬੋਡੀ ਦਾ ਜਾਂ ਆਪਾਂ ਮੈਟਲ ਕੰਸੀਡਰ ਕੀਤੇ ਉਹਦਾ ਟੈਂਪਰੇਚਰ ਕਿੰਨਾ ਸੀਗਾ, ਠੀਕ ਆ। ਉਸ ਟੈਂਪਰੇਚਰ ਦੇ ਉੱਤੇ ਉਹਦੀ ਰੈਜ਼ਿਸਟੈਂਸ ਕਿੰਨੀ ਹੈ ਤੇ ਜਦੋਂ ਆਪਾਂ ਟੈਂਪਰੇਚਰ ਵਧਾਉਣਾ ਸ਼ੁਰੂ ਕਰਤਾ ਉਦੋਂ ਦੀ ਰੈਜ਼ਿਸਟੈਂਸ ਕਿੰਨੀ ਹੋਗੀ। ਉਹ ਕੀ ਆਪਾਂ ਫਾਈਨਲ ਤੋਂ ਇਨੀਸ਼ੀਅਲ ਮਾਈਨਸ ਕਰ ਦਾਂਗੇ, ਉਹ ਆਪਣੀ ਕੋਲ ਚੇਂਜ ਆ ਜਾਊਗੀ, ਠੀਕ ਹੈ। ਇਸੇ ਤਰ੍ਹਾਂ ਚੇਂਜ ਇਨ ਟੈਂਪਰੇਚਰ ਦੀ ਗੱਲ ਕੀਤੀ ਆਪਾਂ। ਚੇਂਜ ਇਨ ਟੈਂਪਰੇਚਰ ਦਾ ਮਤਲਬ ਸਟਾਰਟਿੰਗ 'ਚ ਕਿੰਨਾ ਸੀ, ਜਦੋਂ ਆਪਾਂ ਇਨਕਰੀਜ਼ ਕੀਤਾ ਉਹ ਕਿੰਨਾ ਹੋ ਗਿਆ, ਦੋਵਾਂ ਦਾ ਡਿਫਰੈਂਸ ਚੇਂਜ ਆ ਗਿਆ। ओरिजिनल ਰੈਜ਼ਿਸਟੈਂਸ ਦਾ ਮਤਲਬ ਆਪਾਂ ਉਹਦੀ ਇਨੀਸ਼ੀਅਲ ਰੈਜ਼ਿਸਟੈਂਸ ਦੀ ਗੱਲ ਕੀਤੀ ਹੈ ਜਿੱਥੋਂ ਆਪਾਂ ਸਟਾਰਟ ਕੀਤਾ ਸੀਗਾ। ਇਹਦਾ ਮਤਲਬ ਦੇਖੋ ਡੈਫੀਨੇਸ਼ਨ ਲਿਖਣ ਤੋਂ ਬਾਅਦ ਜੋ ਆਪਣੇ ਕੋਲ ਰਿਲੇਸ਼ਨ ਆਊਗਾ ਆਪਾਂ ਕੀ ਕਿਹਾ, ਚੇਂਜ ਇਨ ਰੈਜ਼ਿਸਟੈਂਸ। ਚੇਂਜ ਇਨ ਰੈਜ਼ਿਸਟੈਂਸ ਦਾ ਮਤਲਬ ਜੋ ਟੈਂਪਰੇਚਰ ਇਨਕਰੀਜ਼ ਹੋਣ ਤੋਂ ਬਾਅਦ ਆਈ ਆ ਮਾਈਨਸ ओरिजिनल ਕਰ ਦੋ, आर नॉट ਨਾਲ ਡਿਨੋਟ ਕਰ ਲੈ, ਇਹ ਆਪਣੀ ओरिजिनल ਰੈਜ਼ਿਸਟੈਂਸ ਆ। ਡਿਵਾਈਡ ਬਾਈ ਆਪਾਂ ਕੀ ਕਿਹਾ, ਪਰ ਯੂਨਿਟ ਚੇਂਜ ਇਨ ਟੈਂਪਰੇਚਰ। ਆਪਾਂ ਡੈਲਟਾ ਦੇ ਨਾਲ ਡਿਨੋਟ ਕਰਨ ਲੱਗੇ ਚੇਂਜ ਇਨ ਟੈਂਪਰੇਚਰ ਨੂੰ, ਡੈਲਟਾ ਟੀ ਜਾਂ ਡੈਲਟਾ ਥੀਟਾ ਦੇ ਨਾਲ ਵੀ ਡਿਨੋਟ ਕੀਤਾ ਹੋਇਆ ਟੈਂਪਰੇਚਰ ਨੂੰ, ਠੀਕ ਹੈ। ਟੀ ਦੀ ਜਗ੍ਹਾ ਥੀਟਾ ਵੀ ਯੂਜ਼ ਕੀਤਾ ਹੋਇਆ ਇਨਟੂ ओरिजिनल ਰੈਜ਼ਿਸਟੈਂਸ, ਠੀਕ ਹੈ। ਦੇਖੋ ਡੈਫੀਨੇਸ਼ਨ 'ਚ ਆਪਾਂ ਕੀ ਕਿਹਾ ਸੀਗਾ, ਟੈਂਪਰੇਚਰ ਆਫ ਕੋਐਫੀਸ਼ੀਐਂਟ ਕੀ ਆ, change in resistance per unit change in temperature per unit original resistance is known as temperature coefficient of resistance। ਇਹ ਤਾਂ ਸੀ ਇਹਦੀ ਡੈਫੀਨੇਸ਼ਨ। ਇਹਦੇ ਯੂਨਿਟ ਕੀ ਆ ਦੇਖੋ, ਚੇਂਜ ਇਨ ਰੈਜ਼ਿਸਟੈਂਸ ਜੋ ਵੀ ਆਪਣੇ ਕੋਲ ਆਊਗੀ ਉਹਦੇ ਯੂਨਿਟ ਕੀ ਹੋਣਗੇ, ਉਹ ਵੀ ਹੋਣਗੇ। ਟੈਂਪਰੇਚਰ ਦੇ ਕੈਲਵਿਨ ਜਾਂ ਸੈਲਸੀਅਸ ਇਨਵਰਸ ਸੈਲਸੀਅਸ ਯੂਜ਼ ਕਰ ਲੈਂਦੇ ਆਪਾਂ ਇਨਟੂ डिग्री सेल्सियस जितना भी होगा। रेजिस्टेंस ਦੇ ਫੇਰ ਕੀ ਹੋਣਗੇ, ओम ਦੇ ਨਾਲ ओम कैंसिल, यूनिट ਕੀ ਆ ਗਏ ਸੈਲਸੀਅਸ ਇਨਵਰਸ ਜਾਂ ਕੈਲਵਿਨ ਇਨਵਰਸ ਜਿਹੜੇ ਆ ਇਹਦੇ ਯੂਨਿਟ ਹੁੰਦੇ ਆ, ਠੀਕ ਹੈ। ਸੈਲਸੀਅਸ ਇਨਵਰਸ ਵੀ ਲਿਖ ਸਕਦੇ ਆ, ਜੇ ਕੈਲਵਿਨ ਦੇ ਵਿੱਚ ਹੈ ਟੈਂਪਰੇਚਰ ਕੈਲਵਿਨ ਇਨਵਰਸ ਆ ਜਾਣਗੇ ਇਹਦੇ ਯੂਨਿਟ। ਇਸ ਲਈ ਆਪਣੇ ਕੋਲ ਡੈਫੀਨੇਸ਼ਨ ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ। ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਟੈਂਪਰੇਚਰ ਕੋਐਫੀਸ਼ੀਐਂਟ ਆਫ resistivity। temperature coefficient of resistivity ਕੀ ਹੁੰਦੀ ਹੈ, ਸੇਮ ਡੈਫੀਨੇਸ਼ਨ ਆ, ਸਿਰਫ ਰੈਜ਼ਿਸਟੈਂਸ ਦੀ ਜਗ੍ਹਾ ਆਪਾਂ ਯੂਜ਼ ਕਰਾਂਗੇ resistivity। ਉਸੇ ਤਰ੍ਹਾਂ temperature coefficient of resistivity ਕੀ ਹੋ ਜਾਊਗਾ, change in resistivity per unit change in temperature per unit original resistivity। ਇਸ ਨੂੰ ਆਪਾਂ ਕੀ ਕਹਿ ਦਿੰਦੇ ਆ, ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟਿਵਿਟੀ। ਅਲਫਾ ਨਾਲ ਇਹਨੂੰ ਡਿਨੋਟ ਕਰਦੇ ਆਪਾਂ। ਯੂਨਿਟ ਸੇਮ ਹੀ ਰਹਿਣਗੇ, ਸੈਲਸੀਅਸ ਇਨਵਰਸ ਤੇ ਕੈਲਵਿਨ ਇਨਵਰਸ। ਹੁਣ ਇਹ ਜੋ ਫਾਰਮੂਲਾ ਆਪਣੇ ਕੋਲ ਆਇਆ, ਇਸ ਫਾਰਮੂਲੇ ਨੂੰ ਯੂਜ਼ ਕਰਕੇ ਆਪਾਂ ਦੱਸਾਂਗੇ ਮੈਟਲ ਦੇ ਕੇਸ 'ਚ, ਸੈਮੀਕੰਡਕਟਰ ਦੇ ਕੇਸ 'ਚ, ਇਨਸੂਲੇਟਰ ਦੇ ਕੇਸ ਦੇ ਵਿੱਚ ਆਪਣੇ ਕੋਲ ਅਲਫਾ ਦੀ ਵੈਲਿਊ ਕਿੰਨੀ ਹੋਊਗੀ। ਠੀਕ ਹੈ, ਆਪਾਂ ਸਟਾਰਟ ਕਰਦੇ ਹਾਂ ਹੁਣ ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟਿਵਿਟੀ in case of metals या कंडक्टर भी कह सकते हैं, सेमीकंडक्टर ते इंसुलेटर।
टेम्परेचर कोएफिशिएंट ऑफ रेजिस्टिविटी इन केस ऑफ मैटल या कंडक्टर सैमीकंडक्टर ते इंसुलेटर। इन्हां दी डेफिनेशन सारिआं नूं पता, मैटल्स की होंदियां जिन्हां चों करंट फ्लो कर सकदा, सैमीकंडक्टर जिहड़े इंसुलेटर ते कंडक्टर दे मिड च लाई करदे उन्हां दे विच होंदे आ ते इंसुलेटर जिन्हां दे विचों करंट पास नहीं करदा, ठीक है, वो इंसुलेटर होंदे आ। हुण आपां इस फार्मूले नूं यूज करके ਆਪਾਂ ਦੱਸਣਾ कि मैटल के केस ਦੇ ਵਿੱਚ ਇਹਦੀ ਅਲਫਾ ਦੀ ਵੈਲਿਊ ਕੀ ਹੋ। ਪਹਿਲਾਂ ਆਪਣੇ ਕੋਲ ਆ ਗਿਆ ਮੈਟਲ ਜਾਂ ਐਲੋਏ ਵੀ ਆ ਸਕਦੀਆਂ ਇੱਥੇ, ਐਲੋਏ ਦੋਵਾਂ ਦਾ ਕੇਸ ਸੇਮ ਆ, ਮੈਟਲ ਹੋ ਗਈਆਂ, ਐਲੋਇਸ ਹੋ ਗਏ, ਐਲੋਇਸ ਮਤਲਬ ਦੋ ਜਾਂ ਤਿੰਨ ਤੋਂ ਜ਼ਿਆਦਾ ਮੈਟਲਸ ਦਾ ਜਿਹੜਾ ਮਿਲ ਕੇ ਬਣਿਆ ਹੁੰਦਾ ਉਹ ਐਲੋਇਸ ਹੁੰਦੀਆਂ, ਜਾਂ ਕੰਡਕਟਰ ਆ ਗਏ। ਉਹਨਾਂ ਦੇ ਕੇਸ ਦੇ ਵਿੱਚ ਅਲਫਾ ਦੀ ਜੋ ਵੈਲਿਊ ਹੋਗੀ ਉਹ ਆਪਾਂ ਡਿਸਕਸ ਕਰਨੀ ਆ। ਹੁਣ ਦੇਖੋ ਆਪਾਂ ਕੀ ਕਰਨਾ, ਆਪਾਂ ਦੱਸਣਾ ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਕਿ ਜਿਹੜੀ ਰੈਜ਼ਿਸਟਿਵਿਟੀ ਆ ਉਹਦੇ ਉੱਤੇ ਕੀ ਇਫੈਕਟ ਪੈਂਦਾ। ਇਹਦੇ ਲਈ ਤੁਹਾਨੂੰ ਪ੍ਰੀਵੀਅਸ ਵੀਡੀਓ ਦੇ ਵਿੱਚ ਮੈਂ ਕਰਾਇਆ ਸੀਗਾ ਕਿ ਜਦੋਂ ਆਪਾਂ ਟੈਂਪਰੇਚਰ ਚੇਂਜ ਕਰਦੇ ਆ, ਟੈਂਪਰੇਚਰ ਚੇਂਜ ਕਰਨ ਦੇ ਨਾਲ ਰੈਜ਼ਿਸਟਿਵਿਟੀ ਦੇ ਉੱਤੇ ਕੀ ਇਫੈਕਟ ਪੈਂਦਾ। ਪ੍ਰੀਵੀਅਸ ਵੀਡੀਓ 'ਚ ਆਪਾਂ ਕੀਤਾ ਸੀਗਾ ਕੀ ਸੀਗਾ, ਦੇਖੋ ਫਾਰਮੂਲਾ ਜੇ ਤੁਹਾਨੂੰ ਯਾਦ ਆ ਤਾਂ ਰੈਜ਼ਿਸਟਿਵਿਟੀ ਇਕੁਅਲ ਸੀ m n e ਸਕੁਅਰ ਟਾਊ। ਇਹਨਾਂ ਦੋਵਾਂ ਫੈਕਟਰ ਦੇ ਉੱਤੇ ਡਿਪੈਂਡ ਕਰਦਾ ਸੀ, ਨੇਚਰ ਆਫ ਮਟੀਰੀਅਲ ਦੇ ਉੱਤੇ ਤੇ ਰਿਲੈਕਸੇਸ਼ਨ ਟਾਈਮ ਦੇ ਉੱਤੇ ਰੈਜ਼ਿਸਟਿਵਿਟੀ ਡਿਪੈਂਡ ਕਰਦੀ ਸੀ। ਹੁਣ ਆਪਾਂ ਦੇਖੋ ਕੀ ਕਰਨ ਲੱਗੇ ਆ, ਆਪਾਂ ਸਿਰਫ ਇਹ ਦੇਖਣਾ ਕਿ ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਜੋ ਰੈਜ਼ਿਸਟਿਵਿਟੀ 'ਚ ਚੇਂਜ ਆਉਂਦੀ ਆ ਉਹ ਚੇਂਜ ਕਿੱਦਾਂ ਦੀ ਆ, ਮੀਨਸ ਉਹ ਰੈਜ਼ਿਸਟਿਵਿਟੀ ਡਿਕਰੀਜ਼ ਹੁੰਦੀ ਪਈ ਆ ਜਾਂ ਫਿਰ ਇਨਕਰੀਜ਼ ਹੁੰਦੀ ਪਈ ਆ। ਹੁਣ ਦੇਖੋ अगर आप टेम्परेचर इनक्रीज किया, इफ टेम्परेचर इनक्रीजेस, जे आप टेम्परेचर इनक्रीज करता, मैं कि तुहानूं दस्सिया सी लास्ट वीडियो दे विच कि जिहड़े पार्टिकल्स आ जां इलैक्ट्रॉन्स आ मैटल्स दे विच उन्हां नूं एनर्जी मिल जाती, एनर्जी गेन कर लैंदे उहदे तो, जिहदे नाल की हुंदा वो पहिलां नालों फास्ट ट्रैवल करदे आ ते जदों ही वो फास्ट ट्रैवल करनगे आपां की कहा सीगा कि उन्हां दे विच जो कोलिजन होगी उस कोलिजन का टाइम की हो जाऊगा डिक्रीज हो जाता। ਇਹਦਾ मतलब की होया जी कोलिजन का टाइम डिक्रीज हो गया, रिलैक्सेशन टाइम की होगा डिक्रीज हो गया ते ਇਹਦੇ ਨਾਲ ਕੀ ਹੋਇਆ ਸੀਗਾ जो रिलैक्सेशन टाइम टाउ आ वो की हो जाऊगा डिक्रीज हो जाऊगा ਤੇ ਆਪਾਂ ਨੂੰ ਪਤਾ ਰੈਜ਼ਿਸਟਿਵਿਟੀ ਇਨਵਰਸਲੀ ਪ੍ਰੋਪੋਰਸ਼ਨਲ ਆ रिलैक्सेशन टाइम ਦੇ। रिलैक्सेशन टाइम डिक्रीज हो गया ਤੇ ਰੈਜ਼ਿਸਟਿਵਿਟੀ ਕੀ ਹੋ ਜੂਗੀ ਇਨਕਰੀਜ਼ ਹੋ ਜੂਗੀ। ਇਹਦਾ ਮਤਲਬ ਰੋ ਕੀ ਹੋਗੀ ਆਪਣੇ ਕੋਲ ਇਨਕਰੀਜ਼ ਹੋਗੀ। ਇਹੀ ਤਾਂ ਆਪਾਂ ਦੇਖਣਾ ਸੀਗਾ ਕਿ ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਜਾਂ ਡਿਕਰੀਜ਼ ਕਰਨ ਦੇ ਨਾਲ ਰੈਜ਼ਿਸਟਿਵਿਟੀ ਦੇ ਉੱਤੇ ਕੀ ਫਰਕ ਪੈਂਦਾ, ਫਿਰ ਹੀ ਆਪਾਂ ਇਹਨੂੰ ਸੋਲਵ ਕਰਾਂਗੇ। ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਜਿਹੜੀ ਰੈਜ਼ਿਸਟਿਵਿਟੀ ਆ ਉਹ ਵੀ ਕੀ ਹੁੰਦੀ ਆ ਇਨਕਰੀਜ਼ ਹੁੰਦੀ ਆ। ਇਹਦਾ ਮਤਲਬ ਪਹਿਲਾਂ ਨਾਲੋਂ ਰੈਜ਼ਿਸਟਿਵਿਟੀ ਵੱਧ ਜੂਗੀ, ਠੀਕ ਹੈ, क्योंकि आप अपनी ओरिजिनल मान लो 30 डिग्री ते आ रजिस्टिविटी आप 35 करता टेम्परेचर ते रजिस्टिविटी की होगी, टेम्परेचर बढ़ाया आप रजिस्टिविटी की होगी वध गई। ਇਹਦਾ मतलब आ ਜਿਹੜੀ रो ਦੀ टेम्परेचर ਵਧਾਉਣ ਤੋਂ ਬਾਅਦ ਜਿਹੜੀ ਰजिस्टिविटी आई आ ਉਹ ਕੀ ਆ ਇਨਕਰੀਜ਼ ਹੋ ਗਈ ਤੇ ਆ ਕੀ ਹੋ ਜੂਗੀ ਆਪਣੇ ਕੋਲ, ਇਹ ਤਾਂ ਘੱਟ ਹੀ ਹੋਊਗੀ ओरिजिनल ਵਾਲੀ। ਆਨਸਰ ਕੀ ਆਊਗਾ, ਦੇਖੋ ਆਪਣੇ ਕੋਲ ਪੋਜ਼ਿਟਿਵ ਆ ਗਿਆ ਉੱਤੇ ਤੇ ਚੇਂਜ ਇਨ ਟੈਂਪਰੇਚਰ ਮੰਨ ਲਓ 30 ਪਹਿਲਾਂ ਸੀਗਾ ਆਪਾਂ ਵਧਾਤਾ 35 ਕਰਤਾ, ਇਹ ਵੀ ਪੋਜ਼ਿਟਿਵ ਹੋ ਗਿਆ, ओरिजिनल ਤਾਂ ਹੈਗੀ ਪੋਜ਼ਿਟਿਵ। ਇਹਦਾ ਮਤਲਬ ਕੀ ਹੋਇਆ ਜਿਹੜੀ ਅਲਫਾ ਦੀ ਵੈਲਿਊ ਹੋਊਗੀ ਆਪਣੇ ਕੋਲ ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟਿਵਿਟੀ ਇਨ ਕੇਸ ਆਫ ਮੈਟਲ ਐਂਡ ਐਲੋਇਸ ਉਹ ਕੀ ਹੋਊਗੀ ਆਪਣੇ ਕੋਲ ਪੋਜ਼ਿਟਿਵ ਵੈਲਿਊ ਹੋਊਗੀ। ਅਲਫਾ ਕੀ ਹੋਊਗਾ ਇਸ ਕੇਸ ਦੇ ਵਿੱਚ ਪੋਜ਼ਿਟਿਵ, ਠੀਕ ਹੈ। ਟੈਂਪਰੇਚਰ ਕੋਐਫੀਸ਼ੀਐਂਟ ਦੀ ਜੋ ਵੈਲਿਊ ਹੁੰਦੀ ਆ ਉਹ ਆਪਣੇ ਕੋਲ ਮੈਟਲ ਜਾਂ ਐਲੋਇਸ ਦੇ ਕੇਸ 'ਚ ਜਾਂ ਕੰਡਕਟਰ ਦੇ ਕੇਸ 'ਚ ਪੋਜ਼ਿਟਿਵ ਹੁੰਦੀ ਆ ਤੇ ਜਿਵੇਂ ਜਿਵੇਂ ਤੁਸੀਂ ਟੈਂਪਰੇਚਰ ਇਨਕਰੀਜ਼ ਕਰੋਗੇ ਕੀ ਹੋਊਗਾ ਰੈਜ਼ਿਸਟਿਵਿਟੀ ਹੋਰ ਵਧੂਗੀ ਕਿਉਂਕਿ ਇਹਦੇ ਤਾਂ ਵਧੀ ਜਾਣਾ ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਤੇ ਇਹ ਹੋਰ ਪੋਜ਼ਿਟਿਵ ਹੋਈ ਜਾਊਗੀ ਅਲਫਾ ਦੀ ਵੈਲਿਊ। ਤੇ ਇਹਦੇ ਵਿੱਚੋਂ ਦੇਖੋ ਆਪਣੇ ਕੋਲ ਕੁਐਸਚਨ ਵੀ ਆ ਇੱਕ ਕਿ ਜੋ ਆਪਾਂ मीटर ब्रिज तुसीं एक्सपैरीमेंट करोगे, मीटर ब्रिज या पोटेंशियोमीटर का ਉਹਦੇ ਉੱਤੇ ਇੱਕ ਵਾਇਰ ਲੱਗੀ ਹੁੰਦੀ ਆ 1 ਮੀਟਰ ਲੌਂਗ ਹੁੰਦੀ ਆ ਵਾਇਰ, ਉਹ ਜਿਹੜੀ ਵਾਇਰ ਆ ਉਹ ਐਲੋਏ ਹੁੰਦੀ ਆ, ਠੀਕ ਆ। ਉਹਦਾ ਮਟੀਰੀਅਲ ਜਿਹੜਾ ਹੁੰਦਾ ਵਾ ਉਸ ਮਟੀਰੀਅਲ ਨੂੰ ਆਪਾਂ ਕਹਿ ਦਿੰਦੇ ਆ ਕੌਂਸਟੈਨਨ ਜਾਂ ਮੈਂਗਾਨੀਨ ਕਹਿ ਦਿੰਦੇ ਆ, ਠੀਕ ਆ। ਅੱਗੇ ਜਾ ਕੇ ਤੁਸੀਂ ਪੜੋਗੇ ਜਾਂ
क्वेश्चन ਦੇ ਵਿੱਚ ਦਿੱਤਾ ਹੋਊਗਾ ਕਿ ਜੇ ਆਪਾਂ ਇਹ ਵਾਇਰ ਆ ਜਿਹੜੀਆਂ ਇਹਦੇ ਉੱਤੇ ਲੱਗੀਆਂ ਹੋਈਆਂ ਪ੍ਰੈਕਟੀਕਲ ਦੇ ਵਿੱਚ ਵੀ ਤੁਸੀਂ ਕਰੋਗੇ ਕਿ ਇਹ ਜੋ ਆਪਣੇ ਵਾਇਰਸ ਆ ਉਹ ਸਿਰਫ ਕਨਸਟੈਂਟਨ ਜਾਂ ਮੈਂਗਾਨੀਜ਼ ਦੀਆਂ ਕਿਉਂ ਯੂਜ਼ ਕੀਤੀਆਂ ਹੋਈਆਂ ਠੀਕ ਆ ਕਿਉਂਕਿ ਉਹ ਐਲੋਏ ਆ ਐਲੋਏ ਦੇ ਕੇਸ ਦੇ ਵਿੱਚ ਕੀ ਆ ਹੁਣ ਦੇਖੋ ਜਦੋਂ ਟੈਂਪਰੇਚਰ ਵਧੂਗਾ ਟੈਂਪਰੇਚਰ ਵਧੂ ਜਾਂ ਆਪਾਂ ਕਰੰਟ ਜ਼ਿਆਦਾ ਫਲੋ ਕਰਾਤਾ ਉਹਦੇ ਨਾਲ ਕੀ ਆ ਵਾਇਰ ਜਿਹੜੀ ਗਰਮ ਹੋਣੀ ਸ਼ੁਰੂ ਹੋ ਜਾਂਦੀ ਟੈਂਪਰੇਚਰ ਵੱਧ ਗਿਆ ਟੈਂਪਰੇਚਰ ਵਧਣ ਦੇ ਨਾਲ ਕੀ ਆ ਉਹ ਵਾਇਰ ਇਕੱਠੀ ਹੋਣੀ ਸ਼ੁਰੂ ਹੋ ਜੂਗੀ ਆਪਣਾ ਮੇਨ ਕੰਮ ਕੀ ਆ ਕਿ ਟੈਂਪਰੇਚਰ ਵੱਧਦਾ ਤਾਂ ਪਿਆ ਉਹਦੀ ਰੈਜ਼ਿਸਟਿਵਿਟੀ ਆ ਉਹਦੀ ਰੈਜ਼ਿਸਟੈਂਸ ਜ਼ਿਆਦਾ ਨਾ ਚੇਂਜ ਹੋਵੇ ਇਸ ਕਰਕੇ ਕੀ ਆ ਆਪਾਂ ਉਹ ਜਿਹੜਾ ਮਟੀਰੀਅਲ ਯੂਜ਼ ਕਰਦੇ ਆ ਉਹ ਮੈਂਗਾਨੀਜ਼ ਜਾਂ ਕਨਸਟੈਂਟਨ ਦਾ ਹੁੰਦਾ ਕਿਉਂਕਿ ਉਹਦੀ ਜਿਹੜੀ ਚੇਂਜ ਆ ਅਲਫਾ ਦੀ ਵੈਲਿਊ ਬਹੁਤ ਘੱਟ ਹੁੰਦੀ ਹੈ ਮਤਲਬ ਹੋਊਗੀ ਪੋਜ਼ਿਟਿਵ ਜਿਵੇਂ ਹੋਊਗੀ ਆਪਣੇ ਕੋਲ ਆ ਗਈ 0.00 ਸਮਥਿੰਗ ਕੁਝ ਵੀ ਆ ਸਕਦੀ ਆ ਮਤਲਬ ਬਹੁਤ ਘੱਟ ਚੇਂਜ ਹੋਊਗੀ ਟੈਂਪਰੇਚਰ ਵਧਣ ਦੇ ਨਾਲ ਇਸ ਕਰਕੇ ਆਪਾਂ ਉਹ ਵਾਇਰਸ ਆ ਜਿਹੜੀਆਂ ਕਨਸਟੈਂਟਨ ਜਾਂ ਮੈਂਗਾਨੀਜ਼ ਦੀਆਂ ਯੂਜ਼ ਕਰਦੇ ਆ ਉਹਦਾ ਰੀਜ਼ਨ ਕੀ ਆ ਉਹਦੇ ਵਿੱਚ ਜਿਹੜੀ ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟਿਵਿਟੀ ਦੀ ਵੈਲਿਊ ਆ ਉਹ ਬਹੁਤ ਸਮਾਲ ਹੁੰਦੀ ਹੈ ਠੀਕ ਹੈ ਮਤਲਬ ਕਹਿਣ ਦਾ ਮਤਲਬ ਟੈਂਪਰੇਚਰ ਚੇਂਜ ਹੋਣ ਦੇ ਨਾਲ ਰੈਜ਼ਿਸਟਿਵਿਟੀ ਤਾਂ ਵੱਧਦੀ ਆ ਪਰ ਉਹ ਜਿਹੜੀ ਵਧੂਗੀ ਰੈਜ਼ਿਸਟਿਵਿਟੀ ਉਹ ਬਹੁਤ ਘੱਟ ਵੱਧਦੀ ਹੈ ਠੀਕ ਹੈ ਇਸ ਕਰਕੇ ਆਪਾਂ ਉਹ ਜਿਹੜੀਆਂ ਵਾਇਰਸ ਆ ਕਨਸਟੈਂਟਨ ਜਾਂ ਮੈਂਗਾਨੀਜ਼ ਦੀਆਂ ਯੂਜ਼ ਕਰਦੇ ਆ ਸੈਕਿੰਡ ਆਪਣਾ ਕੇਸ ਆ ਸੈਮੀਕੰਡਕਟਰ ਆਪਾਂ ਕੀ ਕਿਹਾ ਕਿ ਇਹ ਇਨਸੂਲੇਟਰ ਤੇ ਕਿਹਦੇ 'ਚ ਐਲੋਇਸ ਤੇ ਇਨਸੂਲੇਟਰ ਤੇ ਮੈਟਲਸ ਤੇ ਮਿਡ 'ਚ ਲਾਈ ਕਰਦਾ ਵਾ ਠੀਕ ਹੈ ਇਸ ਕਰਕੇ ਆਪਾਂ ਇਹਨੂੰ ਸੈਮੀਕੰਡਕਟਰ ਦਾ ਨਾਮ ਦਿੱਤਾ ਹੁਣ ਥੋੜਾ ਬੇਸਿਕ ਵੈਸੇ ਆਪਾਂ 9th ਯੂਨਿਟ 'ਚ ਪੂਰਾ ਸੈਮੀਕੰਡਕਟਰ ਕਰਨਾ ਵਾ ਇਸੇ +2 ਦੇ ਵਿੱਚ ਸੈਮੀਕੰਡਕਟਰ ਆਊਗਾ ਇਹਦੇ ਵਿੱਚ ਆਪਾਂ ਦੋ ਬੈਂਡ ਦੀ ਗੱਲ ਕਰਦੇ ਹੁੰਦੇ ਆ ਵੇਲੈਂਸ ਬੈਂਡ ਹੁੰਦਾ ਤੇ ਕੰਡਕਸ਼ਨ ਠੀਕ ਹੈ ਜਿਹੜਾ ਜਿੱਥੋਂ ਸਟਾਰਟ ਹੁੰਦਾ ਵੇਲੈਂਸ ਬੈਂਡ ਕੰਡਕਸ਼ਨ ਬੈਂਡ ਇਹ ਬੇਸਿਕ ਹੈ ਇਹਦਾ ਕਿਸ ਤਰ੍ਹਾਂ ਇਲੈਕਟ੍ਰੋਨ ਜਾਂ ਇਹਦੇ ਚ ਇਲੈਕਟ੍ਰਿਸਿਟੀ ਫਲੋ ਕਰਦੀ ਆ ਜਿਹੜਾ ਵੇਲੈਂਸ ਬੈਂਡ ਆ ਉਹਦੇ ਚ ਜਿੰਨੇ ਵੀ ਵੇਲੈਂਸ ਇਲੈਕਟ੍ਰੋਨ ਆ ਫ੍ਰੀ ਇਲੈਕਟ੍ਰੋਨ ਸਾਰੇ ਇਹਦੇ ਚ ਹੁੰਦੇ ਆ ਜਿਹੜਾ ਕੰਡਕਸ਼ਨ ਬੈਂਡ ਆ ਉਹ ਐਮਟੀ ਹੁੰਦਾ ਖਾਲੀ ਹੁੰਦਾ ਹੁਣ ਕੀ ਹੋਊਗਾ ਜਦੋਂ ਵੇਲੈਂਸ ਬੈਂਡ ਤੋਂ ਕੰਡਕਸ਼ਨ ਬੈਂਡ ਦੇ ਵਿੱਚ ਜਦੋਂ ਇਲੈਕਟ੍ਰੋਨ ਜੰਪ ਕਰਨਗੇ ਉਸ ਵੇਲੇ ਇਹਦੇ ਚ ਕਰੰਟ ਫਲੋ ਕਰਨਾ ਸਟਾਰਟ ਕਰਦਾ ਠੀਕ ਹੈ ਜਦੋਂ ਵੇਲੈਂਸ ਤੋਂ ਕੰਡਕਸ਼ਨ 'ਚ ਜੰਪ ਕਰਨਗੇ ਹੁਣ ਇਹ ਜੰਪ ਆਪਣੇ ਆਪ ਤਾਂ ਕਰਨੇ ਨਹੀਂ ਇਹਨਾਂ ਨੂੰ એનર્ਜੀ ਚਾਹੀਦੀ ਆ ਉਹ એનર્ਜੀ ਕਿੱਥੋਂ ਮਿਲੂਗੀ ਬਾਹਰੋਂ ਐਕਸਟਰਨਲ એનર્ਜੀ ਮਿਲੂਗੀ ਟੈਂਪਰੇਚਰ ਜਾਂ ਹੀਟ ਦੀ ਫਾਰਮ ਦੇ ਵਿੱਚ ਜਦੋਂ ਹੀ ਆਪਾਂ ਟੈਂਪਰੇਚਰ ਇਨਕਰੀਜ਼ ਕਰਾਂਗੇ ਇਹ એનર્ਜੀ ਗੇਨ ਕਰਕੇ ਜਿੰਨਾ ਵੀ ਆ ਬੈਂਡ ਗੈਪ ਹੋਊਗਾ ਇਹਨਾਂ ਦੇ ਵਿੱਚ ਉਹ ਗੈਪ ਨੂੰ ਕ੍ਰਾਸ ਕਰਕੇ ਕੰਡਕਸ਼ਨ ਬੈਂਡ 'ਚ ਜੰਪ ਕਰ ਜਾਂਦੇ ਤੇ ਜਿੰਨੀ ਵੱਧ એનર્ਜੀ ਹੋਊਗੀ ਜਿੰਨਾ ਆਪਾਂ ਟੈਂਪਰੇਚਰ ਵਧਾਵਾਂਗੇ ਉਨੇ ਵੱਧ ਤੋਂ ਵੱਧ ਵੇਲੈਂਸ ਤੋਂ ਕੰਡਕਸ਼ਨ ਬੈਂਡ ਦੇ ਵਿੱਚ ਇਲੈਕਟ੍ਰੋਨਸ ਜੰਪ ਕਰਦੇ ਆ ਇਹਦਾ ਮਤਲਬ ਦੇਖੋ ਕੀ ਹੋਇਆ ਆਪਣੇ ਕੋਲ ਜੇ ਆਪਾਂ ਟੈਂਪਰੇਚਰ ਇਨਕਰੀਜ਼ ਕਰਤਾ ਟੈਂਪਰੇਚਰ ਕੀ ਕਰਤਾ ਇਨਕਰੀਜ਼ ਕਰਤਾ ਤੇ ਆਪਣੇ ਕੋਲ ਕੀ ਆ ਰੈਜ਼ਿਸਟਿਵਿਟੀ ਕੀ ਹੋਊਗੀ ਠੀਕ ਹੈ ਰੈਜ਼ਿਸਟਿਵਿਟੀ ਆਪਾਂ ਕਿਹਾ ਸੀਗਾ resistance offered by a unit cube ठीक है of a material ਹੁਣ ਇਹ ਇੱਕ ਤਰ੍ਹਾਂ ਦੀ ਰੈਜ਼ਿਸਟੈਂਸ ਹੀ ਹੈ ਜਿਹੜੀ ਕਾਂਸਟੈਂਟ ਰਹਿੰਦੀ ਹੈ ਠੀਕ ਹੈ ਹੁਣ ਦੇਖੋ ਕੀ ਹੋਊਗਾ ਰੈਜ਼ਿਸਟੈਂਸ ਕੀ ਸੀ ਆਪਾਂ ਕੀ ਕਿਹਾ ਸੀ ਉਹਦੇ 'ਚ ਇਲੈਕਟ੍ਰੋਨ ਦੇ ਫਲੋ ਨੂੰ ਰੋਕਿਆ ਜਾਂਦਾ ਜਿਹੜੀ ਰੈਜ਼ਿਸਟੈਂਸ ਉਹ ਕੀ ਕਰਦੀ ਹੈ ਫਲੋ ਆਫ ਇਲੈਕਟ੍ਰੋਨ ਨੂੰ ਅਪੋਜ਼ ਕਰਦੀ ਰੋਕਦੀ ਹੈ ਹੁਣ ਇਹਦੇ 'ਚ ਆਪਾਂ ਇਹੀ ਚੈੱਕ ਕਰ ਲੈਂਦੇ ਆ ਕਿ ਉਹਨੂੰ ਅਪੋਜ਼ ਕਰਦੀ ਹੈ ਜੇ ਤਾਂ ਅਪੋਜ਼ ਕਰਦੀ ਹੈ ਆਪਾਂ ਕਹਾਂਗੇ ਟੈਂਪਰੇਚਰ ਵਧਾਉਣ ਦੇ ਨਾਲ ਰੈਜ਼ਿਸਟਿਵਿਟੀ ਘਟ ਗਈ ਜੇ ਇਲੈਕਟ੍ਰੋਨ ਨੂੰ ਕੀ ਕਰਦੀ ਪਈ ਆ ਉਹ ਰੋਕਦੀ ਪਈ ਆ ਉਹਨੂੰ ਅਪੋਜ਼ ਕਰਦੀ ਆ ਜੇ ਨਹੀਂ ਅਪੋਜ਼ ਕਰਦੀ ਪਈ ਆਪਾਂ ਕੀ ਕਵਾਂਗੇ ਫਿਰ ਆਪਾਂ ਕਵਾਂਗੇ ਕਿ ਜਿਹੜੀ ਰੈਜ਼ਿਸਟਿਵਿਟੀ ਉਹ ਵਧੂਗੀ ਆਓ ਚੈੱਕ ਕਰਦੇ ਆ ਆਪਾਂ ਜਦੋਂ ਹੀ ਆਪਾਂ ਟੈਂਪਰੇਚਰ ਇਨਕਰੀਜ਼ ਕੀਤਾ ਆਪਾਂ ਕੀ ਕਿਹਾ ਜਿੰਨਾ ਟੈਂਪਰੇਚਰ ਵਧਾਉਂਗੇ ਉਨੇ ਵੱਧ ਇਲੈਕਟ੍ਰੋਨ ਇਹਦੇ ਵਿੱਚ ਜੰਪ ਕਰਨਗੇ ਠੀਕ ਹੈ ਇਹਦਾ ਮਤਲਬ ਕੀ ਹੋ ਗਿਆ ਜਿੰਨੇ ਵੱਧ ਇਲੈਕਟ੍ਰੋਨ ਜੰਪ ਕਰਨਗੇ ਫਲੋ ਕਰਨਗੇ ਉਨਾ ਕਰੰਟ ਜ਼ਿਆਦਾ ਹੋਊਗਾ ਜੇ ਕਰੰਟ ਜ਼ਿਆਦਾ ਹੋਊਗਾ ਇਹਦਾ ਮਤਲਬ ਰੈਜ਼ਿਸਟੈਂਸ ਕੀ ਆ ਘੱਟ ਆ ठीक है क्योंकि रेजिस्टेंस ने रोकना करंट ਨੂੰ ਘਟਾਉਣਾ ਹੁੰਦਾ ਜੇ ਰੈਜ਼ਿਸਟੈਂਸ ਜ਼ਿਆਦਾ ਹੋ ਕਰੰਟ ਘੱਟ ਹੋ ਆਪਣੇ ਕੋਲ ਕੀ ਬਣ ਗਿਆ ਦੇਖੋ ਇੱਥੇ ਕਿ ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਵੱਧ ਤੋਂ ਵੱਧ ਇਲੈਕਟ੍ਰੋਨ ਜੰਪ ਕਰਦੇ ਪਏ ਆ ਇਹਦਾ ਮਤਲਬ ਇਹਦੀ ਰੈਜ਼ਿਸਟੈਂਸ ਕੀ ਹੋਊਗੀ ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਰੈਜ਼ਿਸਟੈਂਸ ਜਾਂ ਰੈਜ਼ਿਸਟਿਵਿਟੀ ਡਿਕਰੀਜ਼ ਹੁੰਦੀ ਹੈ ਠੀਕ ਹੈ ਇਹਦਾ ਮਤਲਬ ਇਸ ਕੇਸ ਦੇ ਵਿੱਚ ਕੀ ਹੋ ਗਿਆ ਸੈਮੀਕੰਡਕਟਰ ਦੇ ਕੇਸ 'ਚ कि ਜਦੋਂ ਹੀ ਆਪਾਂ ਟੈਂਪਰੇਚਰ ਵਧਾਇਆ ਜਿਹੜੀ ਰੈਜ਼ਿਸਟਿਵਿਟੀ ਉਹ ਕੀ ਹੋਗੀ ਡਿਕਰੀਜ਼ ਹੋਗੀ ਹੁਣ ਆਪਾਂ ਇਹਦੇ 'ਚ ਪੁੱਟ ਕਰਕੇ ਵੇਖਦੇ ਆ
ਜੇ ਰੈਜ਼ਿਸਟਿਵਿਟੀ ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਡਿਕਰੀਜ਼ ਹੋਈ ਆ ਵੈਲਿਊ ਘਟ ਗਈ, ਇਹਦੀ ਵੈਲਿਊ ਜ਼ਿਆਦਾ, ਘੱਟ ਵਾਲੀ ਵੈਲਿਊ ਚ ਜ਼ਿਆਦਾ ਵਾਲੀ ਵੈਲਿਊ ਮਾਈਨਸ ਕਰੋਗੇ, ਆਨਸਰ ਕੀ ਹੋਊਗਾ ਨੈਗੇਟਿਵ। ਇਹਦਾ ਮਤਲਬ ਇਹਦੇ ਵਿੱਚ ਅਲਫਾ ਦੀ ਵੈਲਿਊ ਕੀ ਹੋਊਗੀ ਆਪਣੇ ਕੋਲ ਨੈਗੇਟਿਵ ਹੋਊ। ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ ਕੀ ਹੁੰਦਾ ਵਾ ਰੈਜ਼ਿਸਟਿਵਿਟੀ ਆਪਣੇ ਕੋਲ ਕੀ ਹੋਊਗਾ ਸੈਮੀਕੰਡਕਟਰ ਦੇ ਕੇਸ 'ਚ ਨੈਗੇਟਿਵ ਹੁੰਦਾ। ਸੇਮ ਪ੍ਰੋਸੀਜਰ ਇਨਸੂਲੇਟਰ ਦੇ ਲਈ ਆ। ਇਨਸੂਲੇਟਰ 'ਚ ਫਰਕ ਕੀ ਹੁੰਦਾ ਆ ਜਿਹੜਾ ਬੈਂਡ ਗੈਪ ਉਹ ਥੋੜਾ ਜਿਹਾ ਜ਼ਿਆਦਾ ਹੁੰਦਾ, ਉਹਦੇ ਲਈ ਆਪਾਂ ਨੂੰ ਵੱਧ ਤੋਂ ਵੱਧ એનર્ਜੀ ਅਪਲਾਈ ਕਰਨੀ ਪੈਣੀ ਆ ਤਾਂ ਕਿ ਉਸ ਬੈਂਡ ਗੈਪ ਨੂੰ ਕ੍ਰਾਸ ਕਰ ਜਾਏ। ਉਹਦੇ 'ਚ ਵੀ ਰੈਜ਼ਿਸਟਿਵਿਟੀ ਡਿਕਰੀਜ਼ ਹੀ ਹੁੰਦੀ ਆ, ਉਹਦਾ ਟੈਂਪਰੇਚਰ ਕੋਐਫੀਸ਼ੀਐਂਟ ਵੀ ਨੈਗੇਟਿਵ ਹੀ ਹੁੰਦਾ ਵਾ। ਸੋ ਇਹ ਸੀਗੇ ਆਪਣੇ ਕਿ ਕਿਸ ਤਰ੍ਹਾਂ ਜਿਹੜਾ ਟੈਂਪਰੇਚਰ ਕੋਐਫੀਸ਼ੀਐਂਟ ਆ ਉਹ ਮੈਟਲ ਅਲॉयਸ ਦੇ ਕੇਸ ਤੇ ਸੈਮੀਕੰਡਕਟਰ ਦੇ ਕੇਸ ਦੇ ਵਿੱਚ ਕਿਸ ਤਰ੍ਹਾਂ ਦਾ ਹੁੰਦਾ। ਹੁਣ ਜੇ ਆਪਾਂ ਗ੍ਰਾਫ ਦੀ ਗੱਲ ਕਰੀਏ, ਮੈਟਲ ਦੇ ਅਲॉय ਦੇ ਕੇਸ ਦੇ ਵਿੱਚ ਜੋ ਗ੍ਰਾਫ ਆ ਇਸ ਸਾਈਡ ਟੈਂਪਰੇਚਰ ਹੈ, ਇਸ ਸਾਈਡ ਰੈਜ਼ਿਸਟਿਵਿਟੀ ਹੈ। ਆਪਾਂ ਟੈਂਪਰੇਚਰ ਇਨਕਰੀਜ਼ ਕਰਦੇ ਆ, ਆਪਣਾ ਨੂੰ ਕੀ ਮਿਲਿਆ ਸੀ ਜਦੋਂ ਹੀ ਟੈਂਪਰੇਚਰ ਆਪਾਂ ਇਨਕਰੀਜ਼ ਕੀਤਾ ਰੈਜ਼ਿਸਟਿਵਿਟੀ ਵੀ ਕੀ ਹੋ ਗਈ ਇਨਕਰੀਜ਼ ਹੁੰਦੀ ਸੀ। ਪਰ ਜਦੋਂ ਆਪਾਂ ਕਿਸੇ ਦੀ ਮਟੀਰੀਅਲ ਦੀ ਗੱਲ ਕਰਦੇ ਆ, ਠੀਕ ਆ, ਉਹਦੀ ਇਨੀਸ਼ੀਅਲ ਕੋਈ ਨਾ ਕੋਈ ਰੈਜ਼ਿਸਟਿਵਿਟੀ ਹੁੰਦੀ ਹੈ। ਇਹ ਨਹੀਂ ਹੋਊਗਾ ਕਿ 0 ਹੋਊਗੀ, 0 ਕੈਲਵਿਨ ਦੇ ਉੱਤੇ ਜਾਂ 0 ਸੈਲਸੀਅਸ ਦੇ ਉੱਤੇ ਉਹਦੀ ਰੈਜ਼ਿਸਟਿਵਿਟੀ 0 ਨਹੀਂ ਹੋਊਗੀ। ਇਨੀਸ਼ੀਅਲੀ ਉਹਦੀ ਕੋਈ ਨਾ ਕੋਈ ਰੈਜ਼ਿਸਟੈਂਸ ਹੁੰਦੀ ਹੈ ਜਾਂ ਰੈਜ਼ਿਸਟਿਵਿਟੀ ਹੋਊਗੀ। ਇਸ ਕਰਕੇ ਆਪਾਂ ਗ੍ਰਾਫ 0 ਤੋਂ ਵੀ ਸਟਾਰਟ ਕਰਨਾ, ਕੋਈ ਨਾ ਕੋਈ ਉਹਦੀ ਵੈਲਿਊ ਹੋਊ ਰੈਜ਼ਿਸਟਿਵਿਟੀ ਦੀ। ਜਿਵੇਂ ਹੀ ਜਦੋਂ ਆਪਾਂ ਇਨਕਰੀਜ਼ ਕੀਤਾ ਟੈਂਪਰੇਚਰ, ਰੈਜ਼ਿਸਟਿਵਿਟੀ ਵੀ ਕੀ ਆ ਇਨਕਰੀਜ਼ ਹੋਣੀ ਸਟਾਰਟ ਹੋ ਗਈ, ਠੀਕ ਹੈ। ਇਹਦਾ ਗ੍ਰਾਫ ਆ ਜਿਹੜਾ ਉਹ ਨਾਨ ਲੀਨੀਅਰ ਬਣਦਾ ਆਪਣੇ ਕੋਲ। ਰੈਜ਼ਿਸਟਿਵਿਟੀ ਤੇ ਟੈਂਪਰੇਚਰ ਦੇ ਵਿੱਚ ਮੈਟਲ ਜਾਂ ਅਲॉयਸ ਦੇ ਕੇਸ ਦੇ ਵਿੱਚ ਗ੍ਰਾਫ ਆਪਣੇ ਕੋਲ ਨਾਨ ਲੀਨੀਅਰ ਹੋਊਗਾ ਇਸ ਤਰ੍ਹਾਂ ਦਾ। ਉਸ ਤੋਂ ਬਾਅਦ ਜੇ ਆਪਾਂ ਸੈਮੀਕੰਡਕਟਰ ਦੀ ਗੱਲ ਕਰਦੇ ਆ, ਇਹਨਾਂ ਦੇ ਕੇਸ ਦੇ ਵਿੱਚ ਕੀ ਹੁੰਦਾ ਜਿਹੜਾ ਗ੍ਰਾਫ ਆ ਉਹ ਆਪਣੇ ਕੋਲ ਇਸ ਤਰ੍ਹਾਂ ਐਕਸਪੋਨੈਂਸ਼ੀਅਲੀ ਡਿਕੇ ਕਰਦਾ ਵਾ। ਐਕਸਪੋਨੈਂਸ਼ੀਅਲੀ ਡਿਕੇ ਦਾ ਮਤਲਬ ਹੁੰਦਾ ਜਦੋਂ ਆਪਣੇ ਕੋਲ e ਕੀ ਹੁੰਦਾ ਲੌਗ ਦਾ ਰੈਸੀਪ੍ਰੋਕਲ ਹੈ, ਇਹਨੂੰ ਆਪਾਂ ਐਕਸਪੋਨੈਂਸ਼ੀਅਲ ਕਹਿ ਦਿੰਦੇ ਆ। ਇਹਦੀ ਪਾਵਰ ਦੇ ਵਿੱਚ ਆਪਾਂ ਨੂੰ ਕੁਝ ਵੀ ਦਿੱਤਾ ਵਾ, ਠੀਕ ਹੈ, e ਰੇਜ਼ ਟੂ ਪਾਵਰ ਕੁਝ ਵੀ ਦਿੱਤਾ ਹੋਇਆ ਆਪਾਂ ਨੂੰ। ਇਹ ਗ੍ਰਾਫ ਆ ਜਿਹੜਾ ਇਸ ਤਰ੍ਹਾਂ ਐਕਸਪੋਨੈਂਸ਼ੀਅਲ ਬਣਦਾ, ਠੀਕ ਹੈ। ਪਹਿਲਾਂ ਵਧੀ ਸੀ ਇਹਦੀ ਵੈਲਿਊ, ਜਦੋਂ ਟੈਂਪਰੇਚਰ ਘੱਟ ਆ ਦੇਖੋ ਕੀ ਹੋਊਗਾ ਰੈਜ਼ਿਸਟਿਵਿਟੀ ਵੀ ਘੱਟ ਚੇਂਜ ਹੋਊ। ਪਰ ਜਿਵੇਂ ਜਿਵੇਂ ਆਪਾਂ ਟੈਂਪਰੇਚਰ ਵਧਾਈ ਜਾਂਦੇ ਰੈਜ਼ਿਸਟਿਵਿਟੀ ਕੀ ਹੈ ਡਿਕਰੀਜ਼ ਹੋਣੀ ਸਟਾਰਟ ਹੋ ਗਈ। ਆ ਦੇਖੋ ਜਿਵੇਂ ਜਿਵੇਂ ਆਪਾਂ ਟੈਂਪਰੇਚਰ ਵਧਾਉਣਾ ਸਟਾਰਟ ਕੀਤਾ ਰੈਜ਼ਿਸਟਿਵਿਟੀ ਹੈ ਜਿਹੜੀ ਡਿਕਰੀਜ਼ ਹੋਣੀ ਸਟਾਰਟ ਹੋ ਗਈ। ਜਦੋਂ ਵੀ ਇਸ ਤਰ੍ਹਾਂ ਦਾ ਆਪਣੇ ਕੋਲ ਕਰਵ ਦੀ ਫਾਰਮ 'ਚ ਗ੍ਰਾਫ ਬਣਦਾ ਇਸ ਤਰ੍ਹਾਂ ਦਾ, ਇਸ ਨੂੰ ਆਪਾਂ ਕਹਿੰਦੇ ਨੇ ਐਕਸਪੋਨੈਂਸ਼ੀਅਲੀ ਡਿਕੇ ਕਰਦਾ, ਠੀਕ ਆ। ਕਿ ਮਤਲਬ ਜਿਹੜੀ ਰੈਜ਼ਿਸਟਿਵਿਟੀ ਆ ਸੈਮੀਕੰਡਕਟਰ ਦੇ ਕੇਸ ਦੇ ਵਿੱਚ ਉਹ ਟਾਈਮ ਦੇ ਨਾਲ ਨਾਲ ਐਕਸਪੋਨੈਂਸ਼ੀਅਲੀ ਡਿਕੇ ਕਰਦੀ ਆ। ਸੋ ਇਹ ਸੀ ਆਪਣਾ ਅੱਜ ਦਾ ਟੌਪਿਕ ਜਿਹਦੇ 'ਚ ਆਪਾਂ ਡਿਸਕਸ ਕੀਤਾ ਇਹਦੀ ਡੈਫੀਨੇਸ਼ਨ ਕੀ ਹੁੰਦੀ ਹੈ, ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ ਐਂਡ ਰੈਜ਼ਿਸਟਿਵਿਟੀ, ਤੇ ਇਹਨਾਂ ਤਿੰਨਾਂ ਦੇ ਕੇਸ ਦੇ ਵਿੱਚ ਇਸ ਦੀ ਵੈਲਿਊ ਕੀ ਹੋਊਗੀ ਉਹ ਆਪਾਂ ਸਾਰਾ ਇਸ ਦੇ ਵਿੱਚ ਡਿਸਕਸ ਕੀਤਾ। ਥੈਂਕਸ।